टीवी NRI ਤੇ ਤੁਹਾਡਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਲੋਕਡਾਊਨ ਤੋਂ ਬਾਅਦ ਰਿਕਸ਼ਾ ਚਾਲਕਾਂ ਦਾ ਬੁਰਾ ਹਾਲ। ਰਿਕਸ਼ਾ ਚਾਲਕ ਸਰਕਾਰ ਤੋਂ ਮੰਗ ਰਹੇ ਰੋਜੀ ਰੋਟੀ। 24 ਸਾਲਾਂ ਦੇ ਨੌਜਵਾਨ ਅਧਿਆਪਕ ਨੇ ਕਰ ਲਈ ਖੁਦਕੁਸ਼ੀ। ਪਰਿਵਾਰ ਦਾ ਰੋ ਬੁਰਾ ਹਾਲ। ਅਜਨਾਲਾ ਪੁਲਿਸ ਪੰਜਾਬ ਸਰਕਾਰ ਦੀ ਹੋਈ ਮੁਰੀਦ। ਪੂਰੇ ਅਜਨਾਲਾ 'ਚ ਸਰਕਾਰ ਦੇ ਲੱਗੇ ਪੋਸਟਰ। ਸਰਕਾਰ ਨੂੰ ਮਿਲੀ ਵੱਡੀ ਧਮਕੀ, ਨਹੀਂ ਹੋਵੇਗਾ ਕਰੋਨਾ ਮਰੀਜ਼ਾਂ ਦਾ ਅੰਤਮ ਸੰਸਕਾਰ। ਹੁਣ ਖਬਰਾਂ ਵਿਸਤਾਰ ਦੇ ਨਾਲ। कोरोना वायरस के चलते लगे लॉकडाउन के कारण हर एक व्यापार का वड्डा नुकसान होया है। हर एक वर्ग प्रभावित होया है। अजिहा एक होर वर्ग है ऑटो रिक्शा चालकों का, जिन्हां दे उत्ते भी कोरोना वायरस की मार पई है। ऑटो चालकों ने दस्सिया कि लगभग 3 महीने तो लगे लॉकडाउन के नाल उन्हां दा गुजारा करना भी औखा होया पिया है, पर सरकार उन्हां दी कोई सार नहीं लै रही। साड़ियाँ 4 किश्तां रुक चुकी ने, बहुत ज़्यादा परेशान आ। ना साडी किसी सरकार दे MLA ने, ना किसी होर ने आके, ना इत्थे कौंसलर ने भी नहीं आके किसी ने पूछा भी तुसीं किद्दां हैगे किद्दां नहीं। कोई बांह फड़न वाला नहीं। गौरमेंट ने कानून बनाया है कि 2 सवारियों तो ਵੱਧ ਅਸੀਂ ਬਿਠਾ ਨਹੀਂ ਸਕਦੇ। तो 2 ਸਵਾਰੀਆਂ ਦੇ ਵਿੱਚੋਂ ਅਸੀਂ 20 ਰੁਪਏ ਲੈ ਕੇ ਕਿੱਥੇ ਤੱਕ ਸਵਾਰੀ ਨੂੰ ਲੈ ਜਾਈਏ ਤੇ ਉਹਦੇ ਵਿੱਚੋਂ ਅਸੀਂ ਕੀ ਆਪਣੇ ਬੱਚਿਆਂ ਨੂੰ ਰੋਟੀ ਖਿਲਾਵਾਂਗੇ ਤੇ ਕੀ ਅਸੀਂ ਕਿਸ਼ਤਾਂ ਦੇਵਾਂਗੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਸਵਾਰੀਆਂ ਨੂੰ ਲੈ ਕੇ ਜਾਣਾ। ਸਵੇਰ ਤੋਂ ਲੈ ਕੇ ਰਾਤ ਤੱਕ ਇਸੇ ਕੰਮ ਨੂੰ ਕਰਦੇ ਰਹਿਣਾ ਤਾਂ ਜੋ ਕੁਝ ਪੈਸੇ ਇਕੱਠੇ ਹੋ ਸਕਣ ਅਤੇ ਅਸੀਂ ਆਪਣਾ ਪਰਿਵਾਰ ਪਾਲ ਸਕੀਏ। ਲੋਕਡਾਊਨ ਤੋਂ ਪਹਿਲਾਂ ਹਾਲਾਤ ਕੁਝ ਹੋਰ ਸਨ, ਪਰ ਹੁਣ ਹਾਲਾਤ ਬਦਲੇ ਹੋਏ ਨੇ। ਕਰੋਨਾ ਵੈਸ਼ਵਿਕ ਮਹਾਮਾਰੀ ਨੇ ਜਿੱਥੇ ਹਰ ਇੱਕ ਵਰਗ ਪ੍ਰਭਾਵਿਤ ਕੀਤਾ ਹੈ, ਉੱਥੇ ਸਭ ਤੋਂ ਵੱਧ ਅਸਰ ਇਸ ਵੈਸ਼ਵਿਕ ਮਹਾਮਾਰੀ ਦਾ ਦਿਹਾੜੀ ਕਰਕੇ ਕਮਾਉਣ ਵਾਲੇ ਪਰਿਵਾਰਾਂ ਤੇ ਪਿਆ ਹੈ। ਇੱਕ ਅਜਿਹਾ ਹੀ ਵਰਗ ਹੈ ਆਟੋ ਰਿਕਸ਼ਾ ਚਾਲਕਾਂ ਦਾ। ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਘਰੋਂ ਬਾਹਰ ਰਹਿਣਾ ਤਾਂ ਜੋ ਕੋਈ ਸਵਾਰੀ ਉਹਨਾਂ ਨੂੰ ਮਿਲ ਸਕੇ, ਪਰ ਕਦੇ-ਕਦੇ ਤਾਂ ਸਵਾਰੀ ਵੀ ਨਹੀਂ ਮਿਲਦੀ। ਇਹਨਾਂ ਹਾਲਾਤਾਂ ਦੇ ਵਿੱਚ ਉਹ ਆਪਣੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਕਰਨ, ਇਹ ਵਿਸ਼ਾ ਉਹਨਾਂ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਆਟੋ ਚਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਟੋ ਚਾਲਕਾਂ ਦੀ ਮਦਦ ਕਰਨ ਤਾਂ ਜੋ ਉਹ ਵੀ ਆਪਣੀ ਰੋਜੀ ਰੋਟੀ ਕਮਾਉਣ ਦਾ ਪ੍ਰਬੰਧ ਕਰ ਸਕਣ। ਸਰ ਲੋਕਡਾਊਨ ਦੇ ਨਾਲ ਤਾਂ ਸਾਨੂੰ ਬਹੁਤ ਭਾਰੀ ਮੁਸ਼ਕਲ ਆ ਰਹੀਆਂ। ਹੁਣ ਦੇਖੋ ਜਿਵੇਂ ਕਿ ਤੀਜਾ ਮਹੀਨਾ ਚੱਲ ਪਿਆ ਆ, ਅਸੀਂ ਬਹੁਤ ਪਰੇਸ਼ਾਨ ਹੋਏ। ਪਹਿਲਾਂ 2 ਮਹੀਨੇ ਤਾਂ ਘਰ ਤੋਂ ਨਹੀਂ ਨਿਕਲਣ ਦਿੱਤਾ ਗਿਆ ਤੇ ਰੋਟੀ ਪਾਣੀ ਤੋਂ ਵੀ ਸਾਨੂੰ ਤਾਂ ਜਿੱਦਾਂ ਅਚਾਨਕ ਆ ਕੇ ਲੱਗਣ ਦੇ ਕਾਰਨ ਸਾਨੂੰ ਤਾਂ ਰੋਟੀ ਪਾਣੀ ਤੋਂ ਵੀ ਔਖੇ ਸੀਗੇ। ਜਿੰਨਾ ਕਿ ਦਾਣਾ ਫੱਕਾ ਸੀ ਉਹ ਵੀ ਲੱਗ ਗਿਆ। ਗੌਰਮੈਂਟ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਹੈਗੀ। ਕਿਤੇ ਇੱਕ ਅੱਧੀ ਵਾਰੀ ਥੈਲੀ ਦੇ ਦਿੱਤੀ ਆਟੇ ਦੇ ਤਾਂ ਬਸ ਉਹਦੇ ਨਾਲ ਚੱਲਿਆ ਤੇ ਉਹਨੇ ਅਸੀਂ ਕੀ ਕਰਨਾ। ਇਹ ਤਾਂ ਘਰੋਂ ਕਰਜ਼ਾ ਚੱਕ ਕੇ ਖਾ ਪੀ ਰਹੇ ਹਾਂ। ਤੇ ਹੁਣ ਆ ਦੇਖ ਲਓ 15-20 ਦਿਨ ਹੋ ਗਏ ਇੱਥੇ ਆਈਦਾ। ਅਸੀਂ ਸਵੇਰੇ 6 ਵਜੇ ਤੋਂ ਆ ਜਾਈਦਾ, ਕਦੇ 7 ਵਜੇ, ਸ਼ਾਮ ਨੂੰ ਹਨੇਰੇ ਹੋਏ ਤੱਕ ਜਾਈਦਾ। ਉਹੀ 6-7 ਵਜੇ ਨੂੰ 12 ਘੰਟੇ 'ਚ ਕਿਤੇ ਇੱਕ ਅੱਧੀ ਵਾਰੀ ਕੋਈ ਸਵਾਰੀ ਆ ਗਈ, ਨਹੀਂ ਤਾਂ ਨਹੀਂ। ਉੱਪਰੋਂ ਸਰਕਾਰ ਨੇ ਜਿਹੜੇ ਆ ਇਹ ਰੂਲ ਵੀ ਸਖਤ ਕੀਤੇ ਹੋਏ ਆ ਕਿ 2 ਸਵਾਰੀਆਂ ਲੈ ਕੇ ਜਾਣਾ। 2 ਸਵਾਰੀਆਂ ਨਾਲ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ। ਘੱਟ ਤੋਂ ਘੱਟ 4-5 ਸਵਾਰੀਆਂ ਹੋਣ ਤਾਂ ਆ ਤੇ ਪਿੰਡਾਂ 'ਚ ਸਾਨੂੰ ਜਾਣ ਦੀ ਆਗਿਆ ਦਿੱਤੀ ਜਾਵੇ। ਤੇ ਸੈਨੀਟਾਈਜ਼ਰ ਅਸੀਂ ਕਰਕੇ ਜਾਂਦੇ ਆ, ਉਹਨਾਂ ਨਾਲ ਸਾਡਾ ਖਰਚਾ ਹੋਰ ਵੱਧ ਰਿਹਾ ਹੈ ਸਮਾਂ। ਪਰ ਅਸੀਂ ਤਾਂ ਬਹੁਤ ਮੁਸ਼ਕਲ ਦੌਰ 'ਚੋਂ ਜਾ ਰਹੇ ਹਾਂ। ਅਸੀਂ ਤਾਂ ਗੌਰਮੈਂਟ ਅੱਗੇ ਇਹੀ ਬੇਨਤੀ ਕਰਾਂਗੇ ਕਿ ਦੇਖੋ ਜਲਦ ਤੋਂ ਜਲਦ ਸਾਨੂੰ ਕੰਮ ਧੰਦਾ ਕਰਨ ਦੀ ਆਗਿਆ ਦਿੱਤੀ ਜਾਵੇ, ਹਰੇਕ ਨੂੰ ਆਉਣ ਦੀ ਦਿੱਤੀ ਜਾਵੇ। ਤੇ ਜਿਹੜਾ ਲੋਕਾਂ ਨੂੰ ਇਹਨਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਕਿ ਕਰੋਨਾ ਤੋਂ ਆਹ ਕੁਝ ਹੁੰਦਾ ਹੈ, ਤੁਸੀਂ ਇਹਨਾਂ ਦੇ ਵਿੱਚੋਂ ਆਪਣੀ ਸੇਫਟੀ ਕਰਨੀ ਆ। ਸੇਫਟੀ ਦੇ ਨਾਲ ਬਾਹਰ ਆਉਣ ਤਾਂ ਸਾਰਿਆਂ ਦਾ ਕੰਮ ਵਧੀਆ ਚੱਲ ਸਕਦਾ ਆ ਤੇ ਆਪਣਾ ਰੋਟੀ ਪਾਣੀ ਖਾ ਸਕਦੇ ਆ। ਹੁਣ ਸਾਡੀਆਂ ਇਹਨਾਂ ਦੀਆਂ ਕਿਸ਼ਤਾਂ ਆ ਚੁੱਕੀਆਂ, 4ਥੀ ਕਿਸ਼ਤ ਚੱਲ ਪਈ ਆ। ਅਸੀਂ ਕਿੱਥੋਂ ਦੇਣੀ ਆ? ਘਰ ਦੇ ਵਿੱਚੋਂ ਗਹਿਣਾ ਗੱਟਾ ਵੇਚ ਕੇ ਵੀ ਅਸੀਂ ਆਪਣਾ ਘਰ ਦਾ ਸਿਰਫ ਕਰਿਆਨੇ ਦਾ ਖਰਚਾ ਚੱਕ ਸਕੇ ਹਾਂ ਤੇ ਜਦ ਕਿ ਦਵਾਈਆਂ ਦਾ ਹੋਰ ਸਾਰਾ, ਸਾਡੇ ਮਾਂ-ਬਾਪ ਵੀ ਆ, ਕੋਈ ਬਿਮਾਰ ਹੈ, ਕਿੱਥੇ ਨੂੰ ਜਾਈਏ, ਅਸੀਂ ਕੀ ਕਰੀਏ? ਅਸੀਂ ਤਾਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ। ਨਾ ਸਾਡੀ ਕਿਸੇ ਸਰਕਾਰ ਦੇ MLA ਨੇ, ਨਾ ਕਿਸੇ ਹੋਰ ਨੇ ਆ ਕੇ, ਨਾ ਇੱਥੇ ਕੌਂਸਲਰ ਨੇ ਵੀ ਨਹੀਂ ਆ ਕੇ ਕਿਸੇ ਨੇ ਪੁੱਛਿਆ ਵੀ ਤੁਸੀਂ ਕਿੱਦਾਂ ਹੈਗੇ ਕਿੱਦਾਂ ਨਹੀਂ। ਕੋਈ ਬਾਂਹ ਫੜਨ ਵਾਲਾ ਨਹੀਂ। ਟੈਕਸ ਲੈਂਦੇ ਆ, ਕਿਸ਼ਤਾਂ ਲੈਣ ਨੂੰ ਆ ਕੇ ਪਹਿਲਾਂ ਖੜ ਜਾਂਦੇ ਆ ਕਿ ਦੱਸੋ ਸਾਨੂੰ ਪੈਸੇ ਦਿਓ ਜੀ, ਪੈਸੇ ਦਿਓ, ਨਹੀਂ ਤਾਂ ਅਸੀਂ ਗੱਡੀਆਂ ਜ਼ਬਤ ਕਰ ਲੈਣੀਆਂ। ਅਸੀਂ ਕਿੱਥੇ ਨੂੰ ਜਾਈਏ? ਇਹਦੇ ਬਾਰੇ ਸਾਨੂੰ ਦੱਸਿਆ ਜਾਵੇ, ਸਾਡੀ ਮਦਦ ਕੀਤੀ ਜਾਵੇ ਗੌਰਮੈਂਟ ਦੇ। ਅਸੀਂ ਤਾਂ ਤੁਹਾਡੇ ਜ਼ਰੀਏ ਇਹੀ ਗੌਰਮੈਂਟ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਜੋ ਵੀ ਹੋ ਸਕਦਾ ਉਹਦੇ ਦੁਆਰਾ ਸਾਡੀ ਮਦਦ ਕੀਤੀ ਜਾਵੇ। ਹੁਣ ਤਾਂ ਅਸੀਂ ਗਹਿਣਾ ਗੱਟਾ ਵੇਚ ਕੇ ਵੀ ਸਾਡੇ ਕੋਲ ਕੁਛ ਨਹੀਂ ਹੈਗਾ ਕਿ ਜੋ ਅਸੀਂ ਕਰ ਸਕੀਏ। ਨਾ ਅਸੀਂ ਗੱਡੀਆਂ ਵੇਚ ਸਕਦੇ, ਉਹ ਵੀ ਬੈਂਕ ਦੇ ਥਰੂ ਆ, ਕਿਸੇ ਪਾਸੇ ਨਹੀਂ ਜਾ ਸਕਦੇ, ਨਾ ਕੋਈ ਨਵਾਂ ਧੰਦਾ ਹੀ ਕਰ ਸਕਦੇ।
ਸੜਕ ਦੇ ਵਿੱਚ ਅਸੀਂ ਫਸੇ ਪਏ ਆ ਪੂਰੇ ਤੌਰ ਅਸੀਂ ਸਰਕਾਰ ਮੂਹਰੇ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਆਟੋ ਵਾਲਿਆਂ ਬਾਰੇ ਕੁਝ ਸੋਚੋ, ਕਿਉਂਕਿ ਜ਼ਿਆਦਾਤਰ ਆਟੋ ਜਿਹੜੇ ਆ ਪ੍ਰਾਈਵੇਟ ਫਾਈਨੈਂਸਾਂ ਦੇ ਜ਼ਰੀਏ ਲਏ ਹੋਏ ਨੇ, ਲੋਨ ਦੇ ਉੱਪਰ ਲਏ ਹੋਏ ਨੇ। ਸਾਨੂੰ ਵਾਰ-ਵਾਰ ਫੋਨ ਆਉਂਦੇ ਨੇ ਕਿਸ਼ਤਾਂ ਬਾਰੇ, ਸਾਡੀਆਂ 4-4 ਕਿਸ਼ਤਾਂ ਰੁਕ ਚੁੱਕੀਆਂ ਨੇ। ਬਹੁਤ ਜ਼ਿਆਦਾ ਪਰੇਸ਼ਾਨ ਆ। ਸਾਡੀ ਘਰ ਦੀ ਜਿਹੜੀ ਮਾੜੀ ਮੋਟੀ ਪੂੰਜੀ ਸੀ ਉਹ ਦੇ ਕੇ ਅਸੀਂ ਇਹ ਆਟੋ ਖਰੀਦੇ, ਲੇਕਿਨ ਇਸ ਟਾਈਮ ਸਾਡੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ। ਸਾਨੂੰ ਕਿਸੇ ਨੇ ਆ ਕੇ, ਪ੍ਰਸ਼ਾਸਨ ਨੇ ਜਾਂ ਕਿਸੇ ਸਰਕਾਰੀ ਨੁਮਾਇੰਦੇ ਨੇ ਆ ਕੇ ਹਜੇ ਤੱਕ ਕੁਝ ਨਹੀਂ ਪੁੱਛਿਆ, ਨਾ ਸਾਡੀ ਕੋਈ ਮਦਦ ਕੀਤੀ ਗਈ ਹੈ। ਪੂਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਆਟੋ ਵਾਲੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਨੇ। ਉਸ ਤੋਂ ਬਾਅਦ ਉੱਪਰ ਜਿਹੜਾ ਗਵਰਨਮੈਂਟ ਨੇ ਕਾਨੂੰਨ ਬਣਾਇਆ ਹੈ ਕਿ 2 ਸਵਾਰੀਆਂ ਤੋਂ ਵੱਧ ਅਸੀਂ ਬਿਠਾ ਨਹੀਂ ਸਕਦੇ, ਤਾਂ 2 ਸਵਾਰੀਆਂ ਦੇ ਵਿੱਚੋਂ ਅਸੀਂ 20 ਰੁਪਏ ਲੈ ਕੇ ਕਿੱਥੇ ਤੱਕ ਸਵਾਰੀ ਨੂੰ ਲੈ ਜਾਈਏ, ਅਤੇ ਉਹਦੇ ਵਿੱਚੋਂ ਅਸੀਂ ਕੀ ਆਪਣੇ ਬੱਚਿਆਂ ਨੂੰ ਰੋਟੀ ਖਿਲਾਵਾਂਗੇ ਅਤੇ ਕੀ ਅਸੀਂ ਕਿਸ਼ਤਾਂ ਦੇਵਾਂਗੇ। ਸੋ ਬੇਨਤੀ ਕਰਦੇ ਹਾਂ ਕੈਪਟਨ ਸਾਹਿਬ ਮੂਹਰੇ ਕਿ ਜਿੰਨੀ ਛੇਤੀ ਹੋ ਸਕਦੇ ਸਾਡਾ ਕੋਈ ਹਾਲ ਪੁੱਛਿਆ ਜਾਵੇ, ਸਾਡਾ ਕੋਈ ਮਦਦ ਕੀਤੀ ਜਾਵੇ, ਤਾਂ ਕਿ ਜੋ ਕਿ ਅਸੀਂ ਵੀ ਆਪਣੇ ਪਰਿਵਾਰ ਨੂੰ ਪਾਲ ਸਕੀਏ, ਬੱਚਿਆਂ ਦਾ ਉਹ ਗੁਜ਼ਾਰਾ ਬਰਸ ਕਰ ਸਕੀਏ। ਨੌਕਰੀ ਨਾ ਮਿਲਣ ਦੇ ਕਾਰਨ ਇੱਕ ਅਧਿਆਪਕ ਨੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਦਾ ਕਹਿਣਾ ਹੈ ਕਿ 24 ਸਾਲਾ ਨੌਜਵਾਨ ਕਾਫੀ ਸਮੇਂ ਤੋਂ ਨੌਕਰੀ ਦੀ ਤਲਾਸ਼ ਕਰ ਰਿਹਾ ਸੀ। ਨੌਕਰੀ ਨਾ ਮਿਲਣ ਦੇ ਚਲਦੇ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ ਅਤੇ ਇਸੇ ਦੇ ਚਲਦੇ ਹੀ ਉਸਨੇ ਇਹ ਕਦਮ ਚੁੱਕਿਆ। ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ। ਬੇਰੁਜ਼ਗਾਰੀ ਨੇ ਇੱਕ ਘਰ ਉਜਾੜ ਦਿੱਤਾ। ਮਾਪਿਆਂ ਦਾ 24 ਸਾਲਾਂ ਦਾ ਪੁੱਤਰ ਉਹਨਾਂ ਤੋਂ ਦੂਰ ਕਰ ਦਿੱਤਾ। ਤਸਵੀਰਾਂ ਸੰਗਰੂਰ ਦੇ ਲਹਿਰਾ ਗਾਗਾ ਦੇ ਪਿੰਡ ਖੋਖਰ ਖੁਰਦ ਦੀਆਂ ਨੇ, ਜਿੱਥੇ ਕਿ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਨੇ ਖੁਦਕੁਸ਼ੀ ਕਰ ਲਈ ਹੈ। ਨੌਜਵਾਨ ਪੜ੍ਹਿਆ ਲਿਖਿਆ ਸੀ, ਪਰ ਇਸ ਦੇ ਬਾਵਜੂਦ ਵੀ ਉਸ ਦੇ ਕੋਲ ਨੌਕਰੀ ਨਹੀਂ ਸੀ, ਜਿਸ ਦੇ ਚਲਦੇ ਉਹ ਅਕਸਰ ਹੀ ਪਰੇਸ਼ਾਨ ਰਹਿੰਦਾ ਸੀ। ਆਪਣੀ ਇਸੇ ਪਰੇਸ਼ਾਨੀ ਤੋਂ ਉਸਨੇ ਛੁਟਕਾਰਾ ਪਾਉਣ ਦੇ ਲਈ ਖੁਦਕੁਸ਼ੀ ਕਰ ਲਈ। ਕੀ ਨਾਮ ਹੈ ਜੀ ਤੁਹਾਡਾ? ਰਾਜਕੁਮਾਰ। ਰਾਜਕੁਮਾਰ ਜੀ, ਕੀ ਲੱਗਦਾ ਸੀਗਾ ਮੁੰਡਾ ਤੇ ਕੀ ਕੀਤਾ ਹੋਇਆ ਸੀ? ਕਿੰਨੀ ਉਮਰ ਸੀ? ਮੇਰਾ ਬੇਟਾ ਸੀਗਾ ਜੀ ਤੇਜਿੰਦਰ ਕੁਮਾਰ, 24 ਸਾਲ ਉਮਰ ਸੀ ਜੀ। ਈਟੀਟੀ ਕਰੀ ਹੋਈ ਸੀ, 14-16 ਚ ਕਰੀ ਸੀ। ਨੌਕਰੀ ਮਿਲੀ ਨਹੀਂ ਹੈਗੀ, ਮਜ਼ਦੂਰੀ ਕਰਦਾ ਸੀ। ਕੱਚ ਕੰਮ ਕਰਦਾ ਸੀਗਾ? ਲੇਬਰ 'ਚ ਸੀ। ਕਿੰਨੇ ਟਾਈਮ ਤੋਂ ਇਹਨੇ ਕੋਈ ਨੌਕਰੀ ਵੱਲ ਧਿਆਨ ਦਿੱਤਾ ਇਹਨੇ? ਹਾਂ ਜੀ, ਹਾਂ ਜੀ। ਕਿੱਥੇ ਕਿੱਥੇ ਜਾ ਕੇ? ਇਹ ਪਟਿਆਲੇ ਵੀ ਗਿਆ ਸੀਗਾ ਜੀ, ਚੰਡੀਗੜ੍ਹ ਵੀ ਜਾ ਕੇ ਆਇਆ ਜੀ, ਕਈ ਵਾਰੀ ਜਾ ਕੇ ਆਇਆ। ਮੇਰੇ ਦਿਮਾਗ 'ਚ ਨਹੀਂ ਹੈ ਜੀ। ਮਤਲਬ ਕਿਤੇ ਨੌਕਰੀ ਨਹੀਂ ਮਿਲੀ ਜੀ ਨੌਕਰੀ। ਇਸ ਨੂੰ ਲੈ ਕੇ ਪਰੇਸ਼ਾਨ ਸੀਗੇ? ਤੁਹਾਡੇ ਨਾਲ ਕੋਈ ਗੱਲਬਾਤ ਕਰ? ਨਹੀਂ, ਮੇਰੇ ਨਾਲ ਕੋਈ ਗੱਲਬਾਤ ਨਹੀਂ, ਤੇ ਮੈਂ ਪਰੇਸ਼ਾਨ ਰਹਿੰਦਾ ਸੀਗਾ ਜੀ, ਨੌਕਰੀ ਨਹੀਂ ਮਿਲਦੀ। ਇਹ ਕਿਵੇਂ ਸੁਸਾਈਡ ਕੀਤਾ ਉਹਨੇ? ਕੀ ਨਹੀਂ ਜੀ, ਦੱਸੀ ਨਹੀਂ ਕੁਛ ਜੀ। ਅੱਛਾ। ਹਾਂ। ਮਾਪਿਆਂ ਨੇ ਇਸ ਮੌਕੇ ਆਪਣਾ ਦੁੱਖ ਦੱਸਦੇ ਹੋਏ ਕਿਹਾ ਕਿ ਉਹਨਾਂ ਦਾ ਪੁੱਤਰ ਕਈ ਵਾਰ ਚੰਡੀਗੜ੍ਹ, ਪਟਿਆਲਾ ਦੇ ਵਿੱਚ ਨੌਕਰੀ ਦੇ ਲਈ ਅਪਲਾਈ ਕਰ ਚੁੱਕਾ ਸੀ, ਪਰ ਇਸ ਦੇ ਬਾਵਜੂਦ ਵੀ ਉਸ ਨੂੰ ਨੌਕਰੀ ਨਹੀਂ ਮਿਲੀ। ਮੁੰਡਾ ਮੇਰਾ ਪੁੱਤ ਲੱਗਦਾ ਸੀ, ਜ਼ਿਆਦਾ ਪੜ੍ਹਿਆ ਹੋਇਆ ਸੀਗਾ, ਨੌਕਰੀ ਵਾਸਤੇ ਬਾਹਰ ਵੀ ਜਾਂਦਾ ਸੀ, ਸਾਰੇ ਕਿਤੇ ਭਾਲ ਲਿਆ, ਉਹਨੂੰ ਨੌਕਰੀ ਨਹੀਂ ਮਿਲੀ। ਫਿਰ ਦਿਹਾੜੀ ਤੇ ਮਜ਼ਦੂਰੀ ਕਰਨ ਲੱਗ ਗਿਆ। ਫਿਰ ਕਿੰਨਾ ਪੜ੍ਹਿਆ ਹੋਇਆ ਸੀ? ਖਾਸਾ ਪੜ੍ਹਿਆ ਹੋਇਆ ਸੀ ਜੀ। ਕਾਹਦਾ ਕੋਰਸ ਕਰਿਆ ਸੀ? ਆਈਟੀਟੀ ਦਾ। ਆਈਟੀਟੀ ਸਕੂਲਾਂ ਕਾਲਜਾਂ ਦੇ ਵਿੱਚ ਗਿਆ ਉਹ ਨੌਕਰੀ ਮਿਲੇ ਮੈਨੂੰ? ਹਾਂਜੀ, ਉੱਥੇ ਜਾਂਦੇ ਸੀਗੇ, ਨੌਕਰੀ ਮਿਲੇ, ਫਿਰ ਮਿਲੀ ਹੈ ਨਹੀਂ ਗੀ ਜੀ। ਤੇ ਫਿਰ ਤੁਹਾਨੂੰ ਦੱਸਿਆ ਵੀ ਮੈਂ ਪਰੇਸ਼ਾਨ ਹਾਂ? ਕਿੰਨਾ ਕੁ ਪਰੇਸ਼ਾਨ? ਨਾ, ਮੈਨੂੰ ਤਾਂ ਕੁਛ ਨਹੀਂ ਦੱਸਿਆ ਜੀ, ਆਪਦੇ ਆਪ ਹੀ ਉਹ ਹੋ ਗਿਆ। ਮੈਨੂੰ ਤਾਂ ਕੁਛ ਨਹੀਂ ਦੱਸਿਆ। ਕੀ ਕਰਦਾ ਸੀ? ਕੰਮ ਕਾਰ ਤੋਂ ਬਸ ਉਹਨੂੰ ਮਿਲਿਆ ਹੀ ਨਹੀਂ। ਫਿਰ ਸੈਲਰ ਚਲਾਤਾ ਸੀਗਾ, ਸਾਰੇ ਕਿਤੇ ਫਿਰ ਲਿਆ, ਉਹਨੂੰ ਕੰਮ ਨਹੀਂ ਮਿਲਿਆ, ਜ਼ਿਆਦਾ ਪੜ੍ਹਿਆ ਹੋਇਆ ਸੀਗਾ ਜੀ ਕੁਛ, ਉਹਨੂੰ ਨੌਕਰੀ ਨਹੀਂ ਮਿਲੀ, ਸਾਰੇ ਕਿਤੇ ਫਿਰ ਲਈ ਹੈ। ਬਸ ਦਿਹਾੜੀ ਕਰਨ ਲੱਗ ਰਹੇ ਸੀਗੇ। ਫਿਰ ਸੂਬਾ ਸਰਕਾਰ ਨੇ ਪੰਜਾਬ ਦੀ ਸੱਤਾ ਤੇ ਬੈਠਣ ਤੋਂ ਪਹਿਲਾਂ ਲੋਕਾਂ ਦੇ ਨਾਲ ਬੇਰੁਜ਼ਗਾਰੀ, ਘਰ-ਘਰ ਰੋਜ਼ਗਾਰ ਦੇਣ ਅਤੇ ਨਸ਼ਾ ਖਤਮ ਕਰਨ ਵਰਗੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਪਰ ਅਫਸੋਸ ਸਰਕਾਰ ਆਪਣੇ ਇਹਨਾਂ ਵਾਅਦਿਆਂ ਤੇ ਖੜੀ ਨਹੀਂ ਉਤਰ ਰਹੀ। ਇਹ ਖੋਖਰ ਵਾਲਾ ਕੱਲ੍ਹ ਸਾਨੂੰ ਮਤਲਬ ਕਿ 9/6 ਨੂੰ ਕੱਲ੍ਹ ਸਾਨੂੰ ਇਤਲਾਹ ਆਈ ਆ ਉੱਥੋਂ ਖੋਖਰਪੁਰ ਤੋਂ ਵੀ ਜਿਹੜਾ ਤੇਜਿੰਦਰ ਕੁਮਾਰ ਵਿੰਦਰ ਪੁੱਤਰ ਰਾਜਕੁਮਾਰ ਵੀ ਇਹਨੇ ਆਪਦੇ ਘਰ 'ਚ ਸੁਸਾਈਡ ਕਰ ਲਿਆ। ਅਸੀਂ ਮੌਕੇ 'ਤੇ ਗਏ ਸੀਗੇ। ਮੌਕੇ 'ਤੇ ਜਾ ਕੇ ਦੇਖਿਆ ਉਹ ਕਮਰੇ ਦੇ ਵਿੱਚ ਪੱਖੇ ਦੇ ਨਾਲ ਕੁੰਡੀ ਨਾਲ ਲਟਕ ਰਿਹਾ ਸੀਗਾ, ਅਤੇ ਉਹਦੇ ਫਾਦਰ ਦਾ ਬਿਆਨ ਲਿਖ ਕੇ ਅਸੀਂ ਜਿਹੜੀ ਕਾਰਵਾਈ 174 CRPC ਦੀ ਅਮਲ 'ਚ ਲਿਆਂਦੀ ਹੈ, ਅਤੇ ਅੱਜ ਉਹਦਾ ਪੋਸਟਮਾਰਟਮ ਕਰਕੇ ਜਿਹੜੀ ਲਾਸ਼ ਹੈ ਉਹਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਕੀ ਕਾਰਨਾਂ ਦਾ ਪਤਾ ਲੱਗਿਆ ਜੀ? ਕੀ ਕਹਿੰਦੇ ਸੀ? ਕਾਰਨ ਆ ਜਿਹੜਾ ਉਹਨਾਂ ਨੇ ਬਿਆਨ ਲਿਖਾਇਆ ਜੀ, ਉਹ ਇੱਕ ਤਾਂ ਘਰੇਲੂ ਆਰਥਿਕ ਤੰਗੀ ਦੱਸੀ ਹੈ, ਅਤੇ ਦੂਸਰਾ ਉਹ ਕਹਿੰਦੇ ਵੀ ETT ਦਾ ਕੋਰਸ ਕੀਤਾ ਸੀਗਾ, ਵੀ ਨੌਕਰੀ ਨਹੀਂ ਮਿਲ ਰਹੀ, ਇਸ ਕਰਕੇ ਉਹਨੇ ਮਤਲਬ ਸੁਸਾਈਡ ਕੀਤਾ ਜੀ।
ਦਿਨੋਂ ਦਿਨ ਵੈਸ਼ਵਿਕ ਮਹਾਮਾਰੀ ਨਾਵਲ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ ਅਤੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਜਨਾਲਾ ਪੁਲਿਸ ਦੇ ਵੱਲੋਂ ਇੱਕ ਅਨੋਖਾ ਕਦਮ ਚੁੱਕਿਆ ਗਿਆ ਹੈ। ਦੱਸਣਯੋਗ ਹੈ ਕਿ ਅਜਨਾਲਾ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਵਾਲੇ ਮਾਸਕ ਲੋਕਾਂ ਨੂੰ ਵੰਡੇ ਜਾ ਰਹੇ ਨੇ। ਇਸ ਦੇ ਨਾਲ ਹੀ ਨਾਲ ਪੰਜਾਬ ਸਰਕਾਰ ਦੇ ਪੋਸਟਰ ਵੀ ਅਜਨਾਲਾ ਦੇ ਵਿੱਚ ਲਗਾਏ ਜਾ ਰਹੇ ਨੇ। ਪੰਜਾਬ ਸਰਕਾਰ ਦੀਆਂ ਹਿਦਾਇਤਾਂ ਵਾਲੇ ਦਿਸ ਰਹੇ ਇਹ ਪੋਸਟਰ ਅੰਮ੍ਰਿਤਸਰ ਦੇ ਵਿੱਚ ਲਗਾਏ ਗਏ ਨੇ। ਅਜਨਾਲਾ ਪੁਲਿਸ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਪੋਸਟਰ ਲਗਾਉਣ ਦੇ ਨਾਲ ਮਾਸਕ ਵੀ ਵੰਡੇ ਗਏ ਨੇ। ਅਨਲੌਕ 1 ਚੱਲ ਰਿਹਾ ਤੇ ਇਸ ਅਨਲੌਕ 1.0 ਦੇ ਵਿੱਚ ਸਰਕਾਰ ਦੇ ਵੱਲੋਂ ਧਾਰਮਿਕ ਸਥਾਨ, ਰੈਸਟੋਰੈਂਟ, ਹੋਟਲ ਅਤੇ ਸ਼ਾਪਿੰਗ ਮਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਦੇ ਤਹਿਤ ਹੀ ਸਰਕਾਰ ਦੇ ਵੱਲੋਂ ਕੁਝ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ। ਇਹਨਾਂ ਹਿਦਾਇਤਾਂ ਦੇ ਪੋਸਟਰ ਪੰਜਾਬ ਪੁਲਿਸ ਦੇ ਵੱਲੋਂ ਅੱਜ ਅਜਨਾਲਾ ਦੇ ਬਾਜ਼ਾਰਾਂ ਦੇ ਵਿੱਚ ਚਿਪਕਾਏ ਗਏ ਨੇ ਤਾਂ ਜੋ ਲੋਕ ਇਹਨਾਂ ਨੂੰ ਪੜ੍ਹ ਸਕਣ ਤੇ ਜਿਹੜੀਆਂ ਸਾਵਧਾਨੀਆਂ ਨੇ ਉਹਨਾਂ ਦੀ ਵਰਤੋਂ ਕਰ ਸਕਣ। ਇਸ ਸੰਬੰਧੀ ਵੱਧ ਜਾਣਕਾਰੀ ਡੀਐਸਪੀ ਅਜਨਾਲਾ ਵਿਪਨ ਕੁਮਾਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਜਦੋਂ ਤੋਂ ਵੀ ਕਰੋਨਾ ਮਹਾਮਾਰੀ ਜਿਹੜੀ ਇਹ ਸ਼ੁਰੂ ਹੋਈ ਹੈ, ਇਹ ਪੰਜਾਬ ਪੁਲਿਸ ਜਿਹੜੀ ਤਨਦੇਹੀ ਨਾਲ ਇਹ ਸਾਰਾ ਕੰਮ ਕਰ ਰਹੇ ਹਾਂ ਆਪਾਂ, ਔਰ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ, ਲੋਕਾਂ ਨੂੰ ਮਾਸਕ ਵੀ ਵੰਡ ਰਹੇ ਹਾਂ, ਔਰ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਤੋਂ ਵੀ ਇਹਨਾਂ ਨੂੰ ਜਾਣੂ ਕਰਵਾ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਹੈ ਪ੍ਰੀਕਾਸ਼ਨਸ ਲਓ ਤਾਂ ਕਿ ਕੋਵਿਡ-19 ਜਿਹੜੀ ਕਰੋਨਾ ਵਾਇਰਸ ਹੈ ਹੋਰ ਸੋਸਾਇਟੀ ਦੇ ਵਿੱਚ ਨਾ ਫੈਲੇ ਔਰ ਹੋਰ ਨੁਕਸਾਨ ਨਾ ਹੋਵੇ। ਔਰ ਉਸੇ ਮੁਹਿੰਮ ਨੂੰ ਅਸੀਂ ਜਿਹੜੀ ਹੈ ਇਹ ਪਿਛਲੇ 3-4 ਮਹੀਨੇ ਤੋਂ ਅਸੀਂ ਕੰਟੀਨਿਊ ਕੀਤਾ ਹੋਇਆ ਹੈ ਔਰ ਇਹਨੂੰ ਬਿਲਕੁਲ ਵੀ ਆਪਾਂ ਜਿਹੜੀ ਹੈ ਸਲੋ ਨਹੀਂ ਹੋਣ ਦਿੱਤਾ ਔਰ ਉਸੇ ਵੇਵ ਦੇ ਵਿੱਚ ਆਪਾਂ ਉਹਨੂੰ ਅੱਗੇ ਲਿਜਾ ਕੇ ਕੰਮ ਕਰ ਰਹੇ ਹਾਂ। ਔਰ ਪੈਂਫਲੇਟ ਜਿਹੜੇ ਆ ਅੱਜ ਜਿਹੜਾ ਐਸਐਸਪੀ ਸਾਹਿਬ ਅੰਮ੍ਰਿਤਸਰ ਦਿਹਾਤੀ ਜੀ ਵੱਲੋਂ ਇੱਕ ਇਹਨਾਂ ਹਦਾਇਤਾਂ ਦੇ ਵਾਸਤੇ ਜਿਹੜਾ ਪੈਂਫਲੇਟ ਜਾਰੀ ਕੀਤਾ ਗਿਆ ਉਹ ਅਸੀਂ ਵੱਖ-ਵੱਖ ਮਾਲਸ ਦੇ ਵਿੱਚ, ਰੈਸਟੋਰੈਂਟਸ ਦੇ ਵਿੱਚ ਔਰ ਗੁਰਦੁਆਰਿਆਂ ਦੇ ਬਾਹਰ ਔਰ ਮੰਦਰਾਂ ਦੇ ਬਾਹਰ ਧਾਰਮਿਕ ਸਥਾਨਾਂ ਦੇ ਉੱਤੇ ਜਿੱਥੇ ਪਬਲਿਕ ਜਿਹੜੀ ਆ ਫ੍ਰੀਕੁਐਂਟਲੀ ਜਾਂਦੀ ਆ ਉੱਥੇ ਅਸੀਂ ਲਗਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਤਾਂ ਜੋ ਇਹ ਬਿਮਾਰੀ ਜਿਹੜੀ ਆ ਇਸ ਕਸਬੇ ਦੇ ਵਿੱਚ ਔਰ ਹੋਰ ਨਾ ਫੈਲੇ। ਸਰ, ਇੰਨਾ ਭਾਰੀ ਜੁਰਮਾਨਾ ਹੋਣ ਦੇ ਬਾਵਜੂਦ ਲੋਕ ਮਾਸਕ ਨਹੀਂ ਪਾਉਂਦੇ ਜਾਂ ਸੋਸ਼ਲ ਡਿਸਟੈਂਸ ਨਜ਼ਰ ਨਹੀਂ ਆਉਂਦਾ, ਕੀ ਕਹਿਣਾ ਚਾਹੋਗੇ? ਦੇਖੋ, ਇਹ ਬਾਰਡਰ ਬੈਲਟ ਹੈਗੀ ਆ, ਆਲਮੋਸਟ ਲੋਕ ਬਾਰਡਰ ਦੇ ਉੱਤੇ ਕਾਫੀ ਪਿੰਡ ਹੈਗੇ ਨੇ, ਉਹ ਲੋਕ ਆ ਜਾਂਦੇ ਨੇ, ਉਹਨਾਂ ਨੂੰ ਅਸੀਂ ਪਿੰਡਾਂ 'ਚ ਵੀ ਜਾ ਕੇ ਅਵੇਅਰ ਕਰ ਰਹੇ ਹਾਂ ਔਰ ਉਹ ਸਾਡੀ ਜਿਹੜੀ ਗੱਲ 'ਤੇ ਅਮਲ ਵੀ ਕਰ ਰਹੇ ਨੇ। ਬਹੁਤ ਜ਼ਿਆਦਾ ਲੋਕ ਹੁਣ ਮਾਸਕ ਪਹਿਨਣ ਲੱਗ ਪਏ ਨੇ ਔਰ ਜੋ ਵਾਇਲੇਸ਼ਨ ਕਰਦੇ ਨੇ ਉਹਨਾਂ ਨੂੰ ਅਸੀਂ ਮਾਸਕ ਦੇ ਵੀ ਰਹੇ ਹਾਂ ਔਰ ਉਹਨਾਂ ਨੂੰ ਪੈਨਲਟੀ ਵੀ ਕਰ ਰਹੇ ਹਾਂ। ਸਰ, ਜਿਹੜੀਆਂ ਦੁਕਾਨਾਂ 6 ਵਜੇ ਤੋਂ ਬਾਅਦ ਵੀ ਖੁੱਲ੍ਹੀਆਂ ਜਾਣਗੀਆਂ, ਪਾਈਆਂ ਜਾਂਦੀਆਂ ਨੇ, ਕੀ ਐਕਸ਼ਨ ਲਿਆ ਜਾਏਗਾ? ਉਹਨਾਂ ਦੇ ਉੱਤੇ ਜੋ ਬਣਦੀ ਕਾਰਵਾਈ ਹੈਗੀ ਆ ਉਹ ਅਸੀਂ ਕਰ ਰਹੇ ਹਾਂ, ਕੀਤੀ ਵੀ ਆ ਔਰ ਨੈਕਸਟ ਜਾਰੀ ਰੱਖਾਂਗੇ। ਔਰ ਉਹਨਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਜੋ ਸਰਕਾਰ ਦੀਆਂ ਹਦਾਇਤਾਂ ਕੰਮ ਸਾਹਿਬ ਉਹਨਾਂ ਨੂੰ ਹੁਣ ਤੁਸੀਂ ਸਟ੍ਰਿਕਟਲੀ ਜਿਹੜਾ ਉਹ ਵੀ ਪਾਲਣ ਕਰਨ ਤਾਂ ਜੋ ਪ੍ਰਸ਼ਾਸਨ ਨੂੰ ਵੀ ਕੋਈ ਮੁਸ਼ਕਿਲ ਨਾ ਆਵੇ। ਹੁਣ ਵੇਲਾ ਇੱਕ ਵਕਫੇ ਦਾ। ਅੱਗੇ ਗੱਲਬਾਤ ਕਰਾਂਗੇ ਉਹਨਾਂ ਠੱਗਾਂ ਦੀ ਜੋ ਕਿ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨੂੰ ਠੱਗ ਰਹੇ ਨੇ। ਜੇ ਕਰਵਾਉਣਾ ਅਮਰੀਕਾ ਜਾਂ ਕੈਨੇਡਾ ਵਿੱਚ ਵਿਆਹ ਤਾਂ ਇੱਕੋ ਇੱਕ ਰਾਹ, ਕੈਨੇਡਾ USA ਦਾ ਨੰਬਰ 1 NRI ਮੈਰਿਜ ਬਿਊਰੋ ਜੋ ਹੁਣ ਤੱਕ ਹਜ਼ਾਰਾਂ ਹੀ ਪਰਿਵਾਰਾਂ ਦੇ ਸਫਲ ਰਿਸ਼ਤੇ ਵਿਦੇਸ਼ਾਂ ਵਿੱਚ ਕਰਵਾ ਚੁੱਕੇ ਹਨ। ਤਾਂ ਸੋਚੋ ਨਹੀਂ, ਹੁਣੇ ਕਾਲ ਕਰੋ ਜਾਂ ਕਰੋ WhatsApp 0016478886000 ਜਾਂ ਲੌਗਇਨ ਕਰੋ nrimb.com ਤੇ। ਯਾਦ ਰੱਖੋ, NRI ਮੈਰਿਜ ਬਿਊਰੋ। ADGP ਬਣ ਕੇ ਠੱਗੀਆਂ ਮਾਰਨ ਵਾਲਾ ਦੋਸ਼ੀ ਪੁਲਿਸ ਨੇ ਦਬੋਚ ਲਿਆ ਹੈ। ਦੋਸ਼ੀ ਦੇ ਕੋਲੋਂ ਫਰਜ਼ੀ ਕਾਗਜ਼ਾਤ ਬਰਾਮਦ ਹੋਏ ਨੇ। ਜ਼ਿਕਰੇ ਖਾਸ ਹੈ ਕਿ ਅੰਮ੍ਰਿਤਸਰ ਦੇ ਨਾਲ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਦੋਸ਼ੀ ਦੇ ਵੱਲੋਂ ਠੱਗੀ ਮਾਰੀ ਗਈ ਸੀ, ਪਰ ਹੁਣ ਇਹ ਦੋਸ਼ੀ ਪੁਲਿਸ ਦੇ ਹੱਥ ਚੜ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਠੱਗਾਂ ਤੋਂ ਸੁਚੇਤ ਰਹੋ, ਖਾਸ ਕਰਕੇ ਅਜਿਹੇ ਠੱਗ ਜੋ ਪੁਲਿਸ ਦੀ ਵਰਦੀ ਪਾ ਕੇ ਤੁਹਾਡੇ ਵਿੱਚ ਘੁੰਮ ਰਹੇ ਨੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਸੀਂ ਇਸ ਕਰਕੇ ਕੀਤਾ ਹੈ ਕਿਉਂਕਿ CBI ਦਾ ਨਕਲੀ ADGP ਕ੍ਰਾਈਮ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੇ ਕਬਜ਼ੇ ਦੇ ਕੋਲੋਂ ਫਰਜ਼ੀ ਪਹਿਚਾਣ ਪੱਤਰ ਅਤੇ ਕਈ ਫਰਜ਼ੀ ਦਸਤਾਵੇਜ਼ ਮਿਲੇ ਨੇ। ਦੱਸਣਯੋਗ ਹੈ ਕਿ ਇਸ ਦੋਸ਼ੀ ਦੇ ਨਾਲ ਕਈ ਹੋਰ ਲੋਕ ਵੀ ਜੁੜੇ ਹੋਏ ਨੇ। ਦੋਸ਼ੀ ਨੇ ਐਕਸਿਸ ਬੈਂਕ ਦੇ ਡਿਪਟੀ ਮੈਨੇਜਰ ਦਿਲਪ੍ਰੀਤ ਸਿੰਘ ਨੂੰ CBI ਦੇ ਵਿੱਚ ਬਤੌਰ ਇੰਸਪੈਕਟਰ ਦੀ ਨੌਕਰੀ ਲਗਵਾਉਣ ਲਈ 15 ਲੱਖ ਦੀ ਡੀਲ ਕੀਤੀ ਸੀ। ਫਰਜ਼ੀ ADGP ਨੇ ਬੀਤੇ ਦਿਨੀ 1,60,000 ਟੋਕਨ ਮਨੀ ਵੀ ਲਈ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰਕਾਰ ਇਹ ਵਿਅਕਤੀ ਰਹਿਣ ਵਾਲਾ ਕਿੱਥੋਂ ਦਾ ਸੀ। ਫੜੇ ਗਏ ਇਸ ਦੋਸ਼ੀ ਦੀ ਪਹਿਚਾਣ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹਾ ਸਥਿਤ ਗਗਨਪੁਰਾ ਨਿਊ ਗੋਂਡਾ ਨਿਵਾਸੀ ਪ੍ਰਵੀਨ ਕੁਮਾਰ ਦੇ ਰੂਪ ਦੇ ਵਿੱਚ ਹੋਈ ਹੈ। ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਫਰਜ਼ੀ ADGP ਅੰਮ੍ਰਿਤਸਰ ਤੋਂ ਇਲਾਵਾ ਕਈ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਝਾਂਸਾ ਦੇ ਕੇ ਉਹਨਾਂ ਨਾਲ ਠੱਗੀ ਕਰ ਚੁੱਕਾ ਹੈ। ਸਟੇਸ਼ਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਪ੍ਰਦੀਪ ਕੁਮਾਰ ਏਲੀਅਸ ਪ੍ਰਵੀਨ ਕੁਮਾਰ
ਹੈ ਸੱਭਰਵਾਲ ਹੈਗਾ, ਇਹਦੇ ਖਿਲਾਫ ਪਹਿਲਾਂ ਵੀ 420 ਦੇ ਜਿਹੜੇ 20 ਮੁਕੱਦਮੇ ਦਰਜ ਆ। ਕੱਲ੍ਹ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ, ਹੁਣ ਇਹਦੇ ਖਿਲਾਫ ਜਿਹੜੇ 21 ਮੁਕੱਦਮੇ ਜਿਹੜੇ ਇਹ 420 ਦੇ ਦਰਜ ਹੈ। ਇਹ ਬੜਾ ਹੀ ਸ਼ਾਤਰ ਕਿਸਮ ਦਾ ਵਿਅਕਤੀ ਹੈਗਾ। ਇਹ ਆਪਣੇ ਆਪ ਨੂੰ PK ਖੰਡੇਵਾਲ IPS ਐਡੀਸ਼ਨਲ DGP ਕ੍ਰਾਈਮ ਬ੍ਰਾਂਚ ਦਿੱਲੀ ਦਾ ਦੱਸਦਾ ਹੈਗਾ। ਇਹ ਆਪਣੇ ਆਪ ਹੀ ਫੋਨ ਕਰ ਦਿੰਦਾ ਸੀਗਾ ਤੇ ਇਸੇ ਹੀ ਤਰ੍ਹਾਂ ਠੱਗੀਆਂ ਮਾਰਦਾ ਸੀ। ਦਿਲਪ੍ਰੀਤ ਨਾਂ ਦਾ ਵਿਅਕਤੀ ਜੋ ਖੰਡ ਵਾਲੇ ਬੈਂਕ ਦੇ ਵਿੱਚ ਕੰਮ ਕਰਦਾ ਸੀ, ਉਸ ਨੂੰ ਇਹਨੇ ਇੱਕ ਝੂਠਾ ਲਾਰਾ ਲਾਇਆ ਸੀਗਾ ਕਿ ਮੈਂ 15 ਲੱਖ ਰੁਪਈਆ ਤੂੰ ਮੈਨੂੰ ਦੇ ਦੇ, ਮੈਂ ਤੈਨੂੰ IB ਦੇ ਵਿੱਚ ਬਤੌਰ ਇੰਸਪੈਕਟਰ ਜਿਹੜਾ ਹੈਗਾ ਭਰਤੀ ਕਰਵਾ ਦਿਆਂਗਾ, ਮੈਂ ਤੈਨੂੰ ਅਪਾਇੰਟਮੈਂਟ ਲੈਟਰ ਲੈ ਕੇ ਦੇਵਾਂਗਾ। ਇਸੇ ਇਵੇਜ ਦੇ ਵਿੱਚ ਉਹਨੇ 60,000 ਰੁਪਈਆ ਜਿਹੜਾ ਟੋਕਨ ਮਨੀ ਪਹਿਲਾਂ ਦੇ ਦਿੱਤੀ। ਜਦੋਂ ਉਹਨੂੰ ਸ਼ੱਕ ਹੋਇਆ ਤੇ ਉਹ ਸਾਡੇ ਇੰਸਪੈਕਟਰ ਅਨਿਲ ਕੁਮਾਰ ਜਿਹੜੇ SHO ਇਸਲਾਮਾਬਾਦ ਲੱਗੇ, ਉਹਨਾਂ ਨੇ ਉਹਨਾਂ ਨਾਲ ਸੰਪਰਕ ਕੀਤਾ। ਜਦੋਂ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ। ਦਰਜ ਕਰਨ ਤੋਂ ਬਾਅਦ ਅਸੀਂ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਇਸ ਵਿਅਕਤੀ ਦੇ ਕੋਲੇ ਜਿਹੜੇ ਉਹਨੇ ਜਾਲੀ ਇੱਕ ਜਿਹੜਾ ਹੈਗਾ ਵਿਜ਼ਿਟਿੰਗ ਕਾਰਡ ਜਿਹੜਾ ਬਣਾ ਕੇ ਰੱਖਿਆ ਹੋਇਆ ਸੀਗਾ, ਜਿਹੜਾ ਉਹ ਵਿਜ਼ਿਟਿੰਗ ਕਾਰਡ ਦਿਖਾਇਆ ਸੀ, ਇਹੀ ਵਿਜ਼ਿਟਿੰਗ ਕਾਰਡ ਉਹਨੇ ਦਿਲਪ੍ਰੀਤ ਨੂੰ ਦਿਖਾਇਆ ਸੀਗਾ। ਔਰ ਉਹ ਮੋਬਾਈਲ ਫੋਨ ਤੋਂ ਜਿਹੜਾ ਹੈਗਾ ਆਪਣੇ ਤੋਂ ਇਹ ਫੋਨ ਕਰਦਾ ਸੀ, ਆਪ ਹੀ ਫੋਨ ਕਰ ਦਿੰਦਾ ਸੀ ਤੇ ਉਸ ਤੋਂ ਬਾਅਦ ਇਹ ਕਹਿੰਦਾ ਸੀਗਾ ਕਿ ਮੇਰਾ ਭਰਾ ਜਿਹੜਾ ਹੈਗਾ ਉਹ ਇੱਕ ਐਡੀਸ਼ਨਲ DGP ਰੈਂਕ ਦਾ ਆਫੀਸਰ ਹੈਗਾ, ਉਹਦੇ ਨਾਲ ਮੈਂ ਗੱਲਬਾਤ ਕਰਕੇ ਕਰਦਾ। ਇਸੇ ਤਰ੍ਹਾਂ ਹੀ ਪਹਿਲਾਂ ਵੀ ਇਹਦੇ ਖਿਲਾਫ ਕਾਫੀ ਮੁਕੱਦਮੇ ਦਰਜ ਹੈਗੇ ਆ। ਹੁਣ ਇਹ ਲੋਕਾਂ ਨਾਲ ਇਸ ਤਰ੍ਹਾਂ ਦੀਆਂ ਠੱਗੀਆਂ ਮਾਰਦਾ ਸੀ ਔਰ ਕਈ ਮਹਿਕਮਿਆਂ ਦੇ ਵਿੱਚ ਵੀ ਅੱਗੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਇਹਦਾ ਰਿਮਾਂਡ ਲੈ ਕੇ। ਸਰਕਾਰ ਨੂੰ ਵੱਡੀ ਧਮਕੀ ਮਿਲੀ ਹੈ, ਨਹੀਂ ਹੋਵੇਗਾ ਕਰੋਨਾ ਮਰੀਜ਼ਾਂ ਦਾ ਅੰਤਮ ਸੰਸਕਾਰ। ਇਹ ਕਹਿਣਾ ਹੈ ਸ਼ਮਸ਼ਾਨ ਘਾਟ ਵਿੱਚ ਕੰਮ ਕਰਦੇ ਸੇਵਾਦਾਰਾਂ ਦਾ। ਉਹਨਾਂ ਦਾ ਕਹਿਣਾ ਹੈ ਕਿ ਸ਼ਮਸ਼ਾਨ ਘਾਟ ਦੇ ਵਿੱਚ ਕੰਮ ਕਰਨ ਵਾਲੇ ਸੇਵਾਦਾਰਾਂ ਦੀ ਕੋਈ ਵੀ ਸਾਰ ਨਹੀਂ ਲਈ ਜਾ ਰਹੀ। ਸੇਵਾਦਾਰਾਂ ਨੇ ਕਿਹਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਕਰੋਨਾ ਦੇ ਨਾਲ ਮਰਨ ਵਾਲੇ ਲੋਕਾਂ ਦਾ ਅੰਤਮ ਸੰਸਕਾਰ ਨਹੀਂ ਕਰਨਗੇ। ਕਰੋਨਾ ਵਾਇਰਸ ਜੋ ਕਿ ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕਾ ਹੈ, ਇਸ ਨੇ ਲਾਸ਼ਾਂ ਦੇ ਢੇਰ ਲਾ ਦਿੱਤੇ ਨੇ। ਵੱਡੇ ਦੇਸ਼ਾਂ ਦੀ ਅਰਥ ਵਿਵਸਥਾ ਹਿਲਾ ਕੇ ਰੱਖ ਦਿੱਤੀ ਹੈ। ਜੇ ਗੱਲ ਕਰੀਏ ਸੀ ਕਰੋਨਾ ਵਾਰੀਅਰਸ ਦੀ ਤਾਂ ਪੂਰੇ ਦੇਸ਼ ਦੇ ਵਿੱਚ ਉਹਨਾਂ ਦਾ ਮਾਨ ਸਨਮਾਨ ਹੋ ਰਿਹਾ ਹੈ, ਕਿਉਂਕਿ ਇਸ ਵੈਸ਼ਵਿਕ ਮਹਾਮਾਰੀ ਦੇ ਵਿੱਚ ਜਿਹੜੀਆਂ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹ ਕਾਬਿਲੇ ਤਾਰੀਫ ਨੇ ਅਤੇ ਉਹਨਾਂ ਦਾ ਮਾਨ ਸਨਮਾਨ ਕਰਨਾ ਬਣਦਾ ਵੀ ਹੈ। ਪਰ ਜੇ ਗੱਲ ਕਰੀਏ ਅਸੀਂ ਕਰੋਨਾ ਵਾਇਰਸ ਦੇ ਨਾਲ ਮਰਨ ਵਾਲੇ ਮਰੀਜ਼ਾਂ ਦਾ ਅੰਤਮ ਸੰਸਕਾਰ ਕਰਨ ਵਾਲੇ ਸ਼ਮਸ਼ਾਨ ਘਾਟ ਦੇ ਸੇਵਾਦਾਰਾਂ ਦਾ, ਤਾਂ ਉਹਨਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ, ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ, ਜਿਸ ਦੇ ਚਲਦੇ ਹੁਣ ਉਹਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇੱਕੋ ਇੱਕ ਹੀ ਮੰਗ ਹੈ ਕਿ ਸਰਕਾਰ ਉਹਨਾਂ ਦੇ ਵੱਲ ਧਿਆਨ ਦੇਵੇ। ਜ਼ਿਕਰ ਖਾਸ ਹੈ ਕਿ ਜਦ ਸਾਡੀ ਟੀਮ ਦੇ ਵੱਲੋਂ ਸ਼ਮਸ਼ਾਨ ਘਾਟ ਪਹੁੰਚ ਕੇ ਸ਼ਵਾਂ ਦਾ ਅੰਤਮ ਸੰਸਕਾਰ ਕਰਨ ਦੇ ਵਿੱਚ ਸਹਿਯੋਗ ਦੇਣ ਵਾਲੇ ਪੰਡਤ ਅਤੇ ਗ੍ਰੰਥੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪ੍ਰਸ਼ਾਸਨ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੀ ਮੈਡੀਕਲ ਪਾਲਿਸੀ ਹੋਵੇਗੀ ਅਤੇ PP ਕਿੱਟ ਵੀ ਉਹਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ, ਪਰ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ ਹੈ। ਮੇਰਾ ਨਾਮ ਸਰ ਪੰਕਜ ਸ਼ਰਮਾ ਜੀ ਤੇ ਮੈਂ ਲੁਧਿਆਣਾ ਢੋਲੇਵਾਲ ਮਿਲਟਰੀ ਕੈਂਪ ਦੇ ਸਾਹਮਣੇ ਸ਼ਮਸ਼ਾਨ ਘਾਟ ਦੇ ਵਿੱਚ ਐਜ਼ ਏ ਪੰਡਤ ਜੀ ਦੀ ਭੂਮਿਕਾ ਨਿਭਾ ਰਹੇ ਹਾਂ। ਤੇ ਸਰ ਸਾਨੂੰ ਇੱਥੇ ਜਿੱਦਾਂ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਵੀ ਆਪਣਾ ਕਰੋਨਾ ਦੇ ਅਕੋਰਡਿੰਗ ਇੱਥੇ ਕਰੋਨਾ ਸੈਂਟਰ ਘੋਸ਼ਿਤ ਕੀਤਾ ਗਿਆ ਸੀਗਾ ਤੇ ਨਾ ਤੇ ਸਾਨੂੰ ਸਰਕਾਰ ਵੱਲੋਂ ਜਿਹੜੇ ਆਸ਼ਵਾਸਨ ਦਿੱਤੇ ਗਏ ਸੀਗੇ ਨਾ ਤਾਂ ਸਾਡੇ ਉਹ ਪੂਰੇ ਹੋਏ। ਵੀ ਜਿੱਦਾਂ ਸਾਨੂੰ ਕਿਹਾ ਗਿਆ ਸੀਗਾ ਵੀ ਤੁਹਾਡੀ ਮੈਡੀਕਲ ਪਾਲਿਸੀ ਹੋ ਜਾਏਗੀ ਜਾਂ ਸਾਨੂੰ PP ਕਿੱਟ, ਹਰ ਡੈੱਡ ਬੋਡੀ ਦੇ ਨਾਲ PP ਕਿੱਟਸ ਮਿਲਣਗੀਆਂ। ਅਸੀਂ ਬਕਾਇਦਾ ਸਰਕਾਰ ਨੂੰ ਇਸ ਵਾਸਤੇ ਇੱਕ ਐਪਲੀਕੇਸ਼ਨ ਵੀ ਦਿੱਤੀ ਸੀਗੀ। ਤੇ ਉਸ ਤੋਂ ਬਾਅਦ ਹੁਣ ਸਾਡੇ ਸਰਦਾਰ ਮਾਨ ਸਰਕਾਰਯੋਗ ਸਾਡੇ ਸਰਬਜੀਤ ਸਿੰਘ ਕਾਕਾ ਜੀ ਜਿਨ੍ਹਾਂ ਨੇ ਸਾਡਾ ਇੱਥੇ ਆ ਕੇ ਮਾਨ ਸਤਿਕਾਰ ਕੀਤਾ ਤੇ ਅਸੀਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਤੇ ਅਸੀਂ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਆ ਕਿ ਸਾਡਾ ਜਿਸ ਤਰੀਕੇ ਦੇ ਵਿੱਚ ਪਹਿਲਾਂ ਸ਼ਮਸ਼ਾਨ ਘਾਟ ਦੇ ਵਿੱਚ ਕੰਮ ਜਾਂ ਕਿ ਲਗਾ ਲਓ ਜਾਂ ਇਸ ਸ਼ਮਸ਼ਾਨ ਘਾਟ ਦੇ ਵਿੱਚ ਡੈੱਡ ਬੋਡੀਆਂ ਦਾ ਸਿਲਸਿਲਾ ਸੀਗਾ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਹੋ ਗਿਆ। ਕਿਉਂਕਿ ਉਹਦਾ ਕਾਰਨ ਇਹ ਹੈ ਵੀ ਇੱਥੇ ਲੋਕ ਡਰਦੇ ਮਾਰੇ ਵੀ ਇੱਕ ਸਹਿਮ ਲਗਾ ਲਓ ਵੀ ਉਹ ਲੋਕੀ ਨਹੀਂ ਆ ਰਹੇ, ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਸੋਚ ਹੈ ਵੀ ਇੱਥੇ ਕਰੋਨਾ ਦਾ ਸੰਸਕਾਰ ਹੁੰਦਾ ਕਿਤੇ ਸਾਨੂੰ ਨਾ ਹੋ ਜਾਏ। ਇਸ ਕਰਕੇ ਲੋਕ ਜਿਹੜੇ ਦੂਸਰੀ ਡੈੱਡ ਬੋਡੀ ਆਮ ਨੋਰਮਲ ਡੈੱਡ ਬੋਡੀ ਵੀ ਨਹੀਂ ਆ ਰਹੀ, ਜਿਹਦੇ ਵਿੱਚ ਸਾਡੀ ਜਿਹੜੀ ਇਨਕਮ ਦਾ ਸਾਧਨ ਹੈਗਾ ਉਹ ਬਿਲਕੁਲ ਹੀ ਖ਼ਤਮ ਹੋ ਰਿਹਾ। ਤੇ ਅਸੀਂ ਹੁਣ ਤਾਂ ਸਰਕਾਰ ਦੇ ਨਾਲ ਸਾਥ ਦੇ ਰਹੇ ਹਾਂ। ਕੱਲ੍ਹ ਨੂੰ ਜਿਸ ਤਰੀਕੇ ਦੇ ਵਿੱਚ ਸਰਕਾਰ ਸਾਡਾ ਸਾਥ ਨਹੀਂ ਦੇ ਰਹੀ ਤਾਂ ਅਸੀਂ ਆਪਣਾ ਇਸ ਚੀਜ਼ ਦੇ ਨਾਲ ਖੜੇ ਹੋਣ ਦੀ ਬਜਾਏ ਅਸੀਂ ਵੀ ਇਸ ਚੀਜ਼ ਤੋਂ ਜਵਾਬ ਦੇਣਾ ਸ਼ੁਰੂ ਕਰ। ਕਿੰਨੇ ਕਰੋਨਾ ਮਰੀਜ਼ਾਂ ਦਾ ਤੁਸੀਂ ਹੁਣ ਤੱਕ ਇੱਥੇ ਸੰਸਕਾਰ ਕਰ ਚੁੱਕੇ? ਸਰ ਅਸੀਂ ਹੁਣ ਤੱਕ 16 ਸੰਸਕਾਰ ਕਰ ਚੁੱਕੇ ਹਾਂ ਜੀ, ਜਿਹਦੇ ਵਿੱਚੋਂ 5 ਤਾਂ ਬਾਹਰਲੇ ਨੇ
ਤੇ ਬਾਕੀ ਆਪਣੇ ਲੁਧਿਆਣੇ ਦੇ ਨੇ ਲੋਕਲ। ਤੇ ਕਿੰਨੀਆਂ ਕਿੱਟਾਂ ਤੁਹਾਨੂੰ ਹੁਣ ਤੱਕ ਦਿੱਤੀਆਂ ਸਰ ਗਈਆਂ? ਸਾਨੂੰ ਇੱਕ ਸਰਦਾਰ ਜੀ ਸੇਖੋਂ ਸਾਹਿਬ ਜੀ ਨੇ, ਉਹਨਾਂ ਵੱਲੋਂ ਸਾਨੂੰ ਸਿਰਫ ਇੱਕ 9 ਕਿੱਟਾਂ ਜ਼ਰੂਰ ਆਈਆਂ ਨੇ ਤੇ ਇੱਕ ਸੈਨੀਟਾਈਜ਼ਰ ਦੀ ਕੈਨੀ ਆਈ ਹੈ ਜੀ, ਬਸ ਹੋਰ ਕੁਝ ਨਹੀਂ ਆਇਆ ਜੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕੀ ਮਦਦ ਕੀਤੀ? ਸਰ ਕੋਈ ਪ੍ਰਸ਼ਾਸਨ ਵੱਲੋਂ ਤਾਂ ਕੋਈ ਹੈ ਹੀ ਨਹੀਂ ਜੀ। ਕੀ ਨਾਂ ਜੀ ਆਪਣਾ? ਮੇਰਾ ਨਾਮ ਗੁਰਦੇਵ ਸਿੰਘ ਹੈ ਜੀ। ਜਿਸ ਤਰ੍ਹਾਂ ਕਿ ਲੁਧਿਆਣਾ ਮਿਲਟਰੀ ਕੈਂਪ ਦੇ ਸਾਹਮਣੇ ਜੋ ਸ਼ਮਸ਼ਾਨ ਘਾਟ ਹੈ, ਇਹਨੂੰ ਸਰਕਾਰ ਵੱਲੋਂ ਕਰੋਨਾ ਡੈਡ ਬੋਡੀਆਂ ਦਾ ਸੰਸਕਾਰ ਕਰਨ ਵਾਸਤੇ ਇਹਨੂੰ ਹੱਬ ਬਣਾਇਆ ਗਿਆ ਸੀ। ਉਸ ਟਾਈਮ ਸਾਡੇ ਮੰਗਾਂ ਜਿਹੜੀਆਂ ਸੀਗੀਆਂ KV ਬਰਾੜ ਨੇ ਮੰਗੀਆਂ ਸੀਗੀਆਂ, ਉਹ ਅਸੀਂ ਲਿਖ ਕੇ ਉਹਨਾਂ ਦੇ ਦਫ਼ਤਰ ਤੱਕ ਪਹੁੰਚਾ ਦਿੱਤੀਆਂ। ਤੇ ਉਹਦੇ ਬਾਅਦ ਜਿਹੜੀ ਵੀ ਕੋਈ ਡੈਡ ਬੋਡੀ ਇੱਥੇ ਆਉਂਦੀ ਸੀ, ਹੁਣ ਤੱਕ 16 ਸੰਸਕਾਰ ਲਗਭਗ ਕਰ ਚੁੱਕੇ ਨੇ। ਸਾਡਾ ਕੋਈ ਅਜੇ ਤੱਕ ਇੰਸ਼ੋਰੈਂਸ ਵਗੈਰਾ ਕੁਝ ਨਹੀਂ ਕੀਤੀ ਗਈ, ਜੋ ਕਿ ਜੇ ਵਾਅਦੇ ਕੀਤੇ ਗਏ ਉਹ ਕੋਈ ਨਹੀਂ ਪੂਰੇ ਹੋਏ। ਤੇ ਹੁਣ ਅਸੀਂ ਹੁਣ ਤੱਕ ਕਰੀ ਜਾ ਰਹੇ ਨੇ, ਜਿਸ ਤਰ੍ਹਾਂ ਜੀ ਪਰਿਵਾਰ ਜਿਸ ਤਰ੍ਹਾਂ ਦਾ ਵੀ ਹੁੰਦਾ ਉਹ ਬੇਨਤੀ ਕਰਕੇ ਕਿ ਬਰਾੜ ਜਿਹੜੀ। ਤੇ ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਤੁਹਾਨੂੰ ਪਰਿਵਹਨ? ਦਿੱਕਤ ਇਹ ਹੈ ਜੀ, ਅੱਗੇ ਪਿੱਛੇ ਕੋਈ ਹੈ ਨਹੀਂ ਜੀ। ਸਾਡਾ ਪਰਿਵਾਰ ਵੀ ਹੈ, ਦੇਖ ਰਹੇ ਕਿ ਜਿਸ ਤਰ੍ਹਾਂ ਡਾਕਟਰ ਕਹਿੰਦੇ ਨੇ ਕਿ ਇਹਨੂੰ ਦੂਰ ਰੱਖੋ ਜੀ, ਇਹ ਤੋਂ ਪਰਿਵਾਰ ਵੀ ਡੈਡ ਬੋਡੀ ਨਹੀਂ ਲੈਂਦੇ, ਲੇਕਿਨ ਅਸੀਂ ਤਾਂ ਸਰੀਰ ਚੱਕ ਕੇ ਰੱਖਦੇ ਆ, ਸਭ ਕੁਝ ਕਰਦੇ ਆ, ਸਾੜਦੇ ਇੱਥੇ। ਤੇ ਅਸੀਂ ਆਪਣੇ ਪਰਿਵਾਰ ਦੀ ਦੇਖ ਰੇਖ ਕਿਸ ਤਰ੍ਹਾਂ ਕਰਾਂਗੇ? ਇੱਕ ਡੈਡ ਬੋਡੀ ਸਾੜਨ ਦੇ ਬਾਅਦ 24 ਘੰਟੇ ਅਸੀਂ ਘਰ ਨਹੀਂ ਜਾਂਦੇ, ਆਪਣੇ ਬੱਚਿਆਂ ਦੇ ਕੋਲ ਵੀ ਨਹੀਂ ਜਾ ਸਕਦੇ। ਪਰ ਸਾਡਾ ਪਿੱਛਾ ਕਿੰਨੇ ਦੇਖਣਾ ਹੈ? ਤੇ ਬਾਈ ਚਾਂਸ ਕੁਝ ਹੁੰਦਾ ਇਹਦਾ ਕੋਈ ਜ਼ਿੰਮੇਵਾਰ ਕੋਈ ਹੈ? ਕੀ ਮੰਗੇ ਪ੍ਰਸ਼ਾਸਨ ਤੋਂ? ਬੀਮੇ ਕਰਾਏ ਜਾਣ? ਨਹੀਂ, ਕੋਈ ਅੱਜ ਤੱਕ ਕੋਈ ਸਾਡੇ ਸਾਹਮਣੇ ਨਹੀਂ ਆਇਆ, ਨਾ ਕਿਸੇ ਨੇ ਨਾ ਇੰਸ਼ੋਰੈਂਸ ਕਰਾਈਏ, ਨਾ ਅੱਜ ਤੱਕ ਕੋਈ ਬੁਖਾਰ ਵੀ ਚੈੱਕ ਕਰਨ ਸਾਡੇ ਤੱਕ ਨਹੀਂ ਪਹੁੰਚਿਆ। ਡਾਕਟਰੀ ਟੀਮ ਕੋਈ ਨਹੀਂ ਪਹੁੰਚੀ ਅਜੇ ਤੱਕ। ਅੱਜ ਅਸੀਂ ਢੋਲੇਵਾਲ ਸ਼ਮਸ਼ਾਨ ਘਾਟ ਵਿਖੇ ਆਪਣੇ ਭਰਾਵਾਂ ਵਰਗੇ ਸਾਥੀਆਂ ਦੇ ਨਾਲ ਇੱਥੇ ਪਹੁੰਚੇ ਹਾਂ ਤੇ ਬੜੇ ਲੰਬੇ ਸਮੇਂ ਤੋਂ ਦੇਖਦੇ ਸੀਗੇ ਕਿ ਸ਼ਮਸ਼ਾਨ ਘਾਟ ਦੇ ਵਿੱਚ ਪੰਡਤ ਪੰਕਜ ਜੀ, ਸਤਿਕਾਰਯੋਗ ਗੁਰਦੇਵ ਸਿੰਘ ਜੀ ਭਾਈ ਸਾਹਿਬ ਅਤੇ ਉਹਨਾਂ ਦੀ ਟੀਮ ਜਿਹੜੇ ਕਰੋਨਾ ਪੇਸ਼ੈਂਟ ਨੇ ਉਹਨਾਂ ਦਾ ਸੰਸਕਾਰ ਕਰਨ ਦਾ ਬੀੜਾ ਇਹਨਾਂ ਨੇ ਚੁੱਕਿਆ। ਅੱਜ DC ਸਾਹਿਬ ਨੇ ਲੁਧਿਆਣੇ ਦੇ ਵਿੱਚ ਇਸ ਸਥਾਨ ਨੂੰ ਕਰੋਨਾ ਪੇਸ਼ੈਂਟ ਦੇ ਸੰਸਕਾਰ ਦਾ ਸਥਾਨ ਤੈਅ ਕੀਤਾ ਤੇ ਅੱਜ ਦੇਖਿਆ ਕਿ ਤੁਸੀਂ ਵੀ ਸਾਰੇ ਲੋਕਾਂ ਨੇ, ਪਬਲਿਕ ਨੇ ਦੇਖਿਆ ਕਿ ਸ਼ਹਿਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਪਰਿਵਾਰ ਦੇ ਮੈਂਬਰ ਜਿਨ੍ਹਾਂ ਬਜ਼ੁਰਗਾਂ ਨੇ ਸਾਰੀ ਉਮਰ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ, ਉਹਨਾਂ ਨੂੰ ਬਿਜ਼ਨਸ ਦਿੱਤੇ, ਐਡੇ ਐਡੇ ਐਮਪਾਇਰ ਖੜੇ ਕਰਕੇ ਦਿੱਤੇ, ਅੱਜ ਵੀ ਉਹ ਪਰਿਵਾਰ ਆਪਣੇ ਬਜ਼ੁਰਗਾਂ ਦੀਆਂ, ਆਪਣੇ ਪਰਿਵਾਰ ਦੀਆਂ ਸੰਸਕਾਰ ਕਰਨ ਤੋਂ ਭੱਜ ਜਾਂਦੇ ਨੇ ਤੇ ਸੰਸਕਾਰ ਕਰਨ ਤੋਂ ਮੁਨਕਰ ਹੋ ਜਾਂਦੇ ਨੇ। ਲੇਕਿਨ ਇਹ ਮੇਰੇ ਸਤਿਕਾਰਯੋਗ ਵੀਰ, ਇਹਨਾਂ ਦੀ ਸਮੁੱਚੀ ਟੀਮ ਨੇ ਜਿਹੜਾ ਅੱਜ ਬੀੜਾ ਚੁੱਕਿਆ ਹੈ, ਪ੍ਰਸ਼ੰਸਾ ਦੇ ਕਾਬਲ ਨੇ। ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਅਸੀਂ ਦੋਸਤਾਂ ਨੇ ਤੈਅ ਕੀਤਾ ਕਿ ਅਸੀਂ ਇਹਨਾਂ ਦਾ ਸਤਿਕਾਰ ਕਰੀਏ। ਜਿੱਦਾਂ ਦੇਖਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਅਲੱਗ-ਅਲੱਗ NGO, ਚਾਹੇ ਉਹ ਡਾਕਟਰ ਸਾਹਿਬਾਨ ਨੇ, ਚਾਹੇ ਪੈਰਾਮੈਡੀਕਲ ਸਟਾਫ ਹੈ, ਚਾਹੇ ਪੁਲਿਸ ਮਹਿਕਮਾ ਵਾ, ਉਹਨਾਂ ਦਾ ਸਤਿਕਾਰ ਕਰ ਰਹੇ ਨੇ। ਅਸਲੀ ਜਿਵੇਂ ਉਹ ਸਤਿਕਾਰ ਦੇ ਡਾਕਟਰ ਸਾਹਿਬਾਨ ਸਤਿਕਾਰ ਦੇ ਮਤਲਬ ਕਾਬਲ ਨੇ, ਇਹ ਸਭ ਤੋਂ ਜ਼ਿਆਦਾ ਇਹ ਕਾਬਲ ਨੇ। ਰਾਮਗੜੀਆ ਵੈਲਫੇਅਰ ਕੌਂਸਲ ਆ, ਉਹਨਾਂ ਨੇ ਇਹਨਾਂ ਦੀ ਡਿਊਟੀ ਲਾਈ ਹੈ ਸਮਾਜਿਕ ਤੌਰ ਤੇ। ਕਿਉਂਕਿ ਜਿਹੜੇ ਪ੍ਰਸ਼ਾਸਨਿਕ ਅਫਸਰ ਨੇ, ਚਾਹੇ ਮੁਲਾਜ਼ਮ ਨੇ, ਉਹਨਾਂ ਦਾ ਤਾਂ ਸਰਕਾਰਾਂ ਨੇ 50-50 ਲੱਖ ਰੁਪਏ ਦਾ ਬੀਮਾ ਤੇ ਹੈਲਥ ਇੰਸ਼ੋਰੈਂਸਾਂ ਦੇ ਦਿੱਤੀਆਂ, ਲੇਕਿਨ ਇਹਨਾਂ ਨੇ ਆਪਣੀ ਡਿਮਾਂਡ ਸਤਿਕਾਰਯੋਗ ਕਮਿਸ਼ਨਰ ਨਗਰ ਨਿਗਮ ਅਤੇ DC ਸਾਹਿਬ ਨੂੰ ਵੀ ਆਪਣੇ ਵੱਲੋਂ ਲਿਖ ਕੇ ਦਿੱਤੀ ਕਿ ਸਾਡੇ ਪਰਿਵਾਰ ਨੂੰ ਵੀ, ਸਾਨੂੰ ਕੱਲ੍ਹ ਨੂੰ ਕੋਈ ਬਿਮਾਰੀ ਦੌਰਾਨ ਸਾਨੂੰ ਕੋਈ ਬਿਮਾਰੀ ਹੋ ਜਾਂਦੀ ਹੈ, ਜੇ ਸਾਡੇ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਸਾਡਾ ਵੀ ਉਹ 50 ਲੱਖ ਦਾ ਬੀਮਾ ਕੀਤਾ ਜਾਵੇ। ਕਮ ਸੇ ਕਮ ਸਾਡਾ ਪਰਿਵਾਰ ਦੀ ਪਿੱਛੋਂ ਉਸ ਹੈਲਥ ਇੰਸ਼ੋਰੈਂਸ ਦੇ ਅਕੋਰਡਿੰਗ ਜਾਂ ਇੰਸ਼ੋਰੈਂਸ ਦੇ ਅਕੋਰਡਿੰਗ ਸਾਡੇ ਪਰਿਵਾਰ ਦੀ ਦੇਖ ਰੇਖ ਹੋ ਸਕੇ। ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ, ਲੁਧਿਆਣੇ ਦੇ ਪ੍ਰਸ਼ਾਸਨ ਵੱਲੋਂ ਇਹਨਾਂ ਦੀਆਂ ਐਪਲੀਕੇਸ਼ਨਾਂ ਨੂੰ ਵੀ ਹਜੇ ਤੱਕ ਕੋਈ ਗੌਰ ਨਹੀਂ ਕੀਤਾ। ਲੇਕਿਨ ਫਿਰ ਅਸੀਂ ਦੇਖਦੇ ਹਾਂ ਕਿ ਸਾਡੇ ਯੋਧੇ ਜਿਹੜੇ ਫਰੰਟ ਲਾਈਨ ਤੇ ਖੜ ਕੇ ਯੋਧੇ ਸਾਡੇ ਸੇਵਾ ਕਰ ਰਹੇ ਨੇ, ਇਹ ਉਸੇ ਤਰ੍ਹਾਂ ਹੀ ਸੇਵਾ ਕਰ ਰਹੇ ਨੇ। ਅੱਜ ਤੱਕ ਇਸ ਸੰਸਥਾਨ ਤੇ ਤਕਰੀਬਨ 15-16 ਕਰੋਨਾ ਪੇਸ਼ੈਂਟਾਂ ਦੇ ਸੰਸਕਾਰ ਹੋ ਚੁੱਕੇ ਨੇ ਤੇ ਆਪਣੀ ਇਹ ਡਿਊਟੀ ਬਖੂਬੀ ਨਿਭਾਉਂਦੇ ਹੋਏ, ਆਪਣੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਹੋਏ, ਆਪਣੇ ਪਰਿਵਾਰ ਦੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਹੋਏ ਆਪਣੀ ਡਿਊਟੀ ਨੂੰ ਸੇਵਾ ਦੇ ਰੂਪ ਦੇ ਵਿੱਚ ਨਿਭਾ ਰਹੇ ਨੇ। ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰੀ ਇਹਨਾਂ ਦੀ ਟੀਮ ਦਾ, ਜਿਨ੍ਹਾਂ ਨੇ ਇੰਨੇ ਮਾੜੇ ਸਮੇਂ ਦੇ ਵਿੱਚ ਜਦੋਂ ਆਪਣੇ ਪਰਿਵਾਰ ਦਾ ਲੋਕ ਸੰਸਕਾਰ ਕਰਨ ਤੋਂ ਵਾਂਝੇ ਨੇ, ਸੰਸਕਾਰ ਕਰ ਰਹੇ ਨੇ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਸੋ ਇਹ ਸਨ ਵਿਸ਼ਵ, ਭਾਰਤ ਅਤੇ ਪੰਜਾਬ ਦੀਆਂ ਖਾਸ ਖਬਰਾਂ। ਹੋਰ ਖਬਰਾਂ ਦੇ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦਾ TV NRI ਦੇ ਨਾਲ।